ਮਨੁੱਖਤਾ ਤੋਂ ਦੂਰ ਹੋਏ ਮਾਨਵ ਨੂੰ ਉਸ ਦੀ ਮਹਾਨਤਾ ਤੋਂ ਜਾਣੂ ਕਰਵਾਇਆ ਜਾਵੇਗਾ। ਉਸ ਨੂੰ ਆਦਰਸ਼ਾਂ ਨੂੰ ਅਪਣਾਉਣ ਅਤੇ ਸ਼੍ਰੇਸ਼ਟਤਾ ਦੀ ਪਾਲਣਾ ਕਰਨ ਦੇ ਲਈ ਕਿਹਾ, ਸਮਝਾਇਆ ਹੀ ਨਹੀਂ, ਮਜਬੂਰ ਵੀ ਕੀਤਾ ਜਾਵੇਗਾ। ਇਹ ਹਨ ਉਹ ਉਦੇਸ਼ ਜਿਨ੍ਹਾਂ ਦੀ ਪੂਰਤੀ ਦੇ ਲਈ ਅਸੀਂ ਆਪਣੇ ਪਰਿਵਾਰ ਦੇ ਸਾਰੇ ਚੇਤਨ ਅਤੇ ਸਮਰਥ ਪਰਿਜਨਾਂ ਦੇ ਨਾਲ ਪੂਰੀ ਸ਼ਕਤੀ ਨਾਲ ਜੁੜੇ ਹਾਂ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀਆ। ਪੁਸਤਕ ਦਾ ਨਾਮ ਯੁੱਗ ਦੀ ਪੁਕਾਰ ਅਣਸੁਣੀ ਨਾ ਕਰੀਏ। ਪੁਸਤਕ ਦੀ ਜਾਣਕਾਰੀ। ਅੱਜ ਦੇ ਮਾਹੌਲ ਵਿੱਚ ਜੇਕਰ ਅਸੀਂ ਆਪਣੀ ਜੀਵਨ ਸ਼ੈਲੀ ਅਤੇ ਸੋਚ ਨੂੰ ਦੇਖੀਏ ਤਾਂ ਇਹ ਸਮਝ ਵਿੱਚ ਆਉਂਦਾ ਹੈ ਕਿ ਉਸ ਵਿੱਚ ਦਿਖਾਵਾ, ਢੋਂਗ, ਈਰਖਾ, ਧੋਖਾ, ਲਾਲਚ, ਛਲ ਕਪਟ ਭਰਿਆ ਹੈ। ਸਾਡੇ ਆਪਸੀ ਸੰਬੰਧ ਕਿੰਨੇ ਰੁੱਖੇ ਅਤੇ ਬੇਰਹਿਮ ਹੁੰਦੇ ਜਾ ਰਹੇ ਹਨ। ਉਹਨਾਂ ਵਿੱਚ ਸਿਰਫ ਸਵਾਰਥ ਹੀ ਸਵਾਰਥ ਭਰਿਆ ਹੈ। ਪਰ ਅਸੀਂ ਇਹਨਾਂ ਤੋਂ ਕੀ ਪ੍ਰਾਪਤ ਕੀਤਾ? ਕਿਰਿਆ ਦੀ ਪ੍ਰਤੀਕਿਰਿਆ ਤਾਂ ਹੁੰਦੀ ਹੀ ਹੈ। ਇੱਕ ਦਾ ਦੁਰਾਚਾਰ ਦੂਜੇ ਨੂੰ ਉਸ ਦਾ ਅਨੁਸਰਨ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਇਸੇ ਤਰ੍ਹਾਂ ਦੁਸ਼ਕ੍ਰਿਤੀਆਂ ਸਾਰੇ ਸਮਾਜ ਵਿੱਚ ਫੈਲਦੀਆਂ ਹਨ ਅਤੇ ਇੱਕ ਦੂਜੇ ਦੇ ਵਿਰੁੱਧ ਕਲੇਸ਼, ਬਦਲੇ ਦੀ ਭਾਵਨਾ, ਹਿੰਸਾ, ਅਪਰਾਧ ਅਤੇ ਦੁਰਵਿਵਹਾਰ ਪੈਦਾ ਹੁੰਦੇ ਹਨ। ਇਹਨਾਂ ਹਾਲਾਤਾਂ ਵਿੱਚ ਸੰਸਾਰ ਨਰਕ ਨਹੀਂ ਤਾਂ ਹੋਰ ਕੀ ਬਣੇਗਾ? ਅੱਜ ਅਸੀਂ ਇੱਕ ਨਾਜ਼ੁਕ ਸਥਿਤੀ ਵਿੱਚ ਪਹੁੰਚ ਗਏ ਹਾਂ। ਸਾਨੂੰ ਆਪਣੇ ਆਪ ਤੋਂ ਪੁੱਛਣਾ ਹੀ ਪਵੇਗਾ ਕੀ ਅਸੀਂ ਮਾਨਵਤਾ ਨੂੰ ਪਿਆਰ ਕਰਦੇ ਹਾਂ? ਕੀ ਅਸੀਂ ਮਾਨਵਤਾ ਨੂੰ ਫਿਰ ਤੋਂ ਜੀਵਿਤ ਅਤੇ ਸਮਰਥ ਦੇਖਣਾ ਚਾਹੁੰਦੇ ਹਾਂ? ਕੀ ਅਸੀਂ ਸੰਸਾਰ ਨੂੰ ਦੁਖੀ, ਦਰਿਦਰਤਾ ਦੀ ਅੱਗ ਵਿੱਚ ਸੜਨ ਦੇਵਾਂਗੇ ਜਾਂ ਇਸ ਬਿਪਤਾ ਨੂੰ ਟਾਲਣ ਦੇ ਲਈ ਕੁਝ ਕਰਾਂਗੇ? ਜੇਕਰ ਹਾਂ ਤਾਂ ਇਹੀ ਸਮਾਂ ਹੈ ਜਦੋਂ ਸਾਨੂੰ ਆਪਣੇ ਫਰਜ਼ਾਂ ਦੇ ਬਾਰੇ ਫੈਸਲਾ ਕਰੇਗਾ। ਯੁੱਗ ਪੁਕਾਰ ਰਿਹਾ ਹੈ। ਇਹ ਆਪੱਤੀ ਕਾਲ ਹੈ। ਬੇਸ਼ੱਕ ਅਸੀਂ ਛੋਟੇ ਲੋਕ ਹਾਂ, ਸਾਡੇ ਸਾਧਨ ਘੱਟ ਹਨ, ਪਰ ਸਾਡਾ ਉਦੇਸ਼ ਵੱਡਾ ਅਤੇ ਮਹਾਨ ਹੈ। ਲੋਕਾਂ ਦੇ ਭਾਵਨਾਤਮਕ ਨਵ ਨਿਰਮਾਣ ਅਤੇ ਧਰਤੀ ਤੇ ਸਵਰਗੀ ਵਾਤਾਵਰਣ ਦਾ ਉਤਰਨਾ। ਜੇਕਰ ਅਸੀਂ ਸਾਰੇ ਰਿਛ ਵਾਨਰਾਂ ਵਾਂਗ ਆਪਣਾ ਆਪਣਾ ਸਹਿਯੋਗ ਦੇਣ ਲਈ ਤਿਆਰ ਹੋ ਜਾਈਏ ਤਾਂ ਪਰਮਾਤਮਾ ਵੀ ਸਾਡੇ ਉਸ ਉਦੇਸ਼ ਵਿੱਚ ਸਹਿਯੋਗ ਕਰਨਗੇ ਅਤੇ ਅਸੀਂ ਸਾਰੇ ਫਿਰ ਤੋਂ ਆਪਣੇ ਜੀਵਨ ਨੂੰ ਆਨੰਦ ਤੋਂ ਭਰਪੂਰ ਕਰਨ ਵਿੱਚ ਸਮਰਥ ਹੋਵਾਂਗੇ। ਪੇਸ਼ ਪੁਸਤਕ ਦੇ ਮਾਧਿਅਮ ਤੋਂ ਲੇਖਕ ਨੇ ਸਾਨੂੰ ਸਵਰਗੀ ਵਾਤਾਵਰਣ ਦੇ ਲਈ ਸਾਡੀ ਕਾਰਜ ਪ੍ਰਣਾਲੀ ਅਤੇ ਚਿੰਤਨ ਸ਼ੈਲੀ ਬਾਰੇ ਵਿਸਤਾਰ ਨਾਲ ਦੱਸਿਆ ਹੈ। ਉਹ ਮਾਧਿਅਮ ਹੈ ਜਿਸ ਰਾਹੀਂ ਸਾਡੇ ਪਰਿਵਾਰ ਦਾ, ਸਮਾਜ ਦਾ ਤੇ ਵਿਸ਼ਵ ਦਾ ਜੀਵਨ ਖੁਸ਼ਹਾਲੀ ਤੋਂ ਭਰਪੂਰ ਬਣ ਸਕੇਗਾ। ਪੁਸਤਕ ਦੇ ਕੁਝ ਅੰਸ਼। ਸਾਦਾ ਜੀਵਨ ਉੱਚ ਵਿਚਾਰ ਦਾ ਕਿੰਨਾ ਸਰਲ, ਸ਼ਾਂਤ ਅਤੇ ਪਵਿੱਤਰਤਾ ਭਰਿਆ ਆਦਰਸ਼ ਹੈ ਜਿਸ ਨੂੰ ਬਿਨਾਂ ਕਿਸੇ ਰੁਕਾਵਟ ਦੇ ਅਪਣਾਇਆ ਜਾ ਸਕਦਾ ਹੈ। ਸਾਧਨਾ ਦੀ ਘਾਟ ਦੇ ਹਾਲਾਤਾਂ ਵਿੱਚ ਵੀ ਜਿਸ ਆਧਾਰ ਤੇ ਹਸੀ ਖੁਸ਼ੀ ਮਨਾਉਂਦੇ ਹੋਏ ਆਨੰਦ ਉਲਾਸ ਦਾ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਉੱਚ ਵਿਚਾਰ ਕਿੰਨੇ ਸੁਖਦਾਈ ਹੁੰਦੇ ਹਨ, ਇਸ ਦਾ ਅਨੁਭਵ ਕਰਕੇ ਕੋਈ ਵੀ ਦੇਖ ਸਕਦਾ ਹੈ। ਉਹਨਾਂ ਵਿਚਾਰਾਂ ਤੋਂ ਆਪਣਾ ਅੰਤःਕਰਨ ਹਰ ਪਲ ਪ੍ਰਫੁੱਲਤ ਰਹਿੰਦਾ ਹੈ। ਸੰਤੋਖ ਅਤੇ ਆਨੰਦ ਦਾ ਪਵਿੱਤਰਤਾ ਅਤੇ ਸ਼ਾਂਤ ਸਾਤਵਿਕਤਾ ਦਾ ਸੋਮਾ ਅੰਦਰੋਂ ਨਿਕਲਦਾ ਰਹਿੰਦਾ ਹੈ। ਉਸਦੀ ਠੰਡਕ ਤੋਂ ਆਪਣਾ ਰੋਮ ਰੋਮ ਸ਼ਾਂਤੀ ਮਹਿਸੂਸ ਕਰਦਾ ਹੈ। ਉੱਚੀ ਸੋਚ ਨਿਰੰਤਰ ਇੱਕ ਹੀ ਪ੍ਰੇਰਣਾ ਦਿੰਦੀ ਹੈ, ਨੇਕ ਕਰਮ ਕਰਨ ਦੀ, ਕਰਤੱਵ ਪੂਰੇ ਕਰਨ ਵਿੱਚ ਲੀਨ ਰਹਿਣ ਦੀ। ਇਹ ਪ੍ਰੇਰਣਾ ਜਿਸ ਕਿਰਿਆ ਪੱਧਤੀ ਨੂੰ ਜਨਮ ਦੇਵੇਗੀ ਉਹ ਆਪਣੇ ਪਰਿਵਾਰ ਦੇ ਲਈ ਅਤੇ ਸਮੁੱਚੇ ਸਮਾਜ ਦੇ ਲਈ ਚੰਗੇ ਨਤੀਜੇ ਹੀ ਉਤਪੰਨ ਕਰੇਗੀ। ਬੁੱਧੀ ਹੀ ਸਭ ਤੋਂ ਵੱਡਾ ਹਥਿਆਰ ਹੈ। ਉਸ ਨੂੰ ਹੀ ਚਮਤਕਾਰ ਜਾਂ ਵਰਦਾਨ ਕਹਿਣਾ ਚਾਹੀਦਾ ਹੈ। ਜੀਵਨ ਦੀ ਸਾਰੀ ਚਮਕ, ਸਾਰੀ ਪ੍ਰਗਤੀ ਅਤੇ ਸਾਰੀਆਂ ਖੁਸ਼ੀਆਂ ਬੁੱਧੀ ਦੀ ਹੀ ਦੇਣ ਹਨ। ਜਿਸ ਦੇ ਕੋਲ ਬੁੱਧੀ ਬਲ ਹੈ ਉਹ ਬਲਵਾਨ ਹੈ। ਪਰ ਇਸ ਬੁੱਧੀ ਦਾ ਦੁਰਉਪਯੋਗ ਹੋਣ ਲੱਗੇ ਤਾਂ ਮਨੁੱਖ ਆਪਣੇ ਲਈ ਅਤੇ ਸਾਰੇ ਸਮਾਜ ਦੇ ਲਈ ਇੱਕ ਭਿਆਨਕ ਸਰਾਪ ਬਣ ਜਾਂਦਾ ਹੈ। ਮਹਾਂਪੁਰਖਾਂ ਦੀ ਇੱਕੋ ਇੱਕ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਉਹ ਵਿਵੇਕ ਦਾ ਪੱਲਾ ਫੜਦੇ ਹਨ ਅਤੇ ਮੌਜੂਦਾ ਹਾਲਾਤਾਂ ਦੀ ਉਚਿਤ ਅਣਉਚਿਤਤਾ ਨੂੰ ਬਰੀਕੀ ਤੋਂ ਦੇਖਦੇ ਹਨ। ਜੋ ਉਹਨਾਂ ਨੂੰ ਠੀਕ ਲੱਗਦਾ ਹੈ ਉਸ ਨੂੰ ਦ੍ਰਿੜਤਾ ਨਾਲ ਵਧਾਉਂਦੇ ਹਨ ਅਤੇ ਜੋ ਠੀਕ ਨਹੀਂ ਲੱਗਦਾ ਉਸ ਨੂੰ ਬਦਲਣ ਲਈ ਆਪਣੀ ਪੂਰੀ ਹਿੰਮਤ ਅਤੇ ਸਾਹਸ ਦੀ ਵਰਤੋਂ ਕਰਦੇ ਹਨ। ਉਹ ਜਾਣਦੇ ਹਨ ਕਿ ਮਨੁੱਖ ਦੀ ਹੋਂਦ ਪਰਿਸਥਿਤੀਆਂ ਦੀ ਗੁਲਾਮ ਨਹੀਂ ਬਲਕਿ ਉਹਨਾਂ ਨੂੰ ਬਦਲਣ ਅਤੇ ਬਣਾਉਣ ਵਿੱਚ ਪੂਰੀ ਤਰ੍ਹਾਂ ਸਮਰਥ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਪ੍ਰਬੁੱਧ ਆਤਮਾਵਾਂ ਆਪਣੀ ਮੂਰਛਾ ਤਿਆਗ ਕੇ ਮਹਾਂਪੁਰਖਾਂ ਵਰਗੇ ਜੀਵਨ ਦੇ ਸਰੂਪ, ਉਦੇਸ਼, ਕਰਤੱਵ ਅਤੇ ਜ਼ਿੰਮੇਦਾਰੀਆਂ ਦੇ ਬਾਰੇ ਗੰਭੀਰਤਾ ਨਾਲ ਸੋਚਣ ਲਈ ਤਿਆਰ ਹੋਣ। ਇਸ ਤਰ੍ਹਾਂ ਦੀ ਸੋਚ ਉਹਨਾਂ ਨੂੰ ਇੱਕ ਹੀ ਫੈਸਲੇ ਤੇ ਲੈ ਜਾਵੇਗੀ ਕਿ ਭੇਡ ਬੱਕਰੀਆਂ ਵਰਗਾ, ਕੀਟ ਪਤੰਗਾ ਵਰਗਾ ਪੇਟ ਅਤੇ ਪ੍ਰਜਨਨ ਦੇ ਲਈ ਜੀਵਿਆ ਜੀਵਨ ਉਹਨਾਂ ਦੇ ਅਣਉਚਿਤ ਹੈ, ਭਾਵੇਂ ਉਸੇ ਸਤਰ ਦੀ ਘਿਨੌਣੀ ਜ਼ਿੰਦਗੀ ਸਾਰਾ ਜ਼ਮਾਨਾ ਜੀ ਰਿਹਾ ਹੋਵੇ। ਪੁਸਤਕ ਦੇ ਕੁਝ ਬਿੰਦੂ। ਸਮੇਂ ਦੀ ਚੁਣੌਤੀ ਸਾਨੂੰ ਝਕਝੋਰਦੀ ਹੈ। ਚੁਣੌਤੀ ਸਾਨੂੰ ਸਵੀਕਾਰ ਹੈ। ਦੁਰਬੁੱਧੀ ਦੇ ਇਸ ਵਾਤਾਵਰਣ ਨੂੰ ਅਸੀਂ ਨਹੀਂ ਤਾਂ ਕੌਣ ਰੋਕੇਗਾ? ਜਾਇਦਾਦ ਨਹੀਂ, ਵਿਭੂਤੀਆਂ ਲਾਭਦਾਇਕ ਹਨ।
ਗਿਆਨਵਾਨਾਂ ਦਾ ਲੋਕ ਮੰਗਲ ਦੇ ਖੇਤਰ ਵਿੱਚ ਆਉਣਾ ਜ਼ਰੂਰੀ ਹੈ।